ਤੇ ਅੱਜ ਆਪਾਂ ਪੜਾਂਗੇ ਆਰਟੀਕਲ ਨੰਬਰ 25 ਦ ਐਂਗਲ ਬਿਟਵੀਨ ਦ ਟੂ ਲਾਈਨਸ ਇਨ ਵਿਚ ਪਲੇਨ ਕੱਟ ਏ ਕੋਨ। ਕਹਿੰਦੇ ਕਿ ਕੀ ਹੋਏਗਾ ਦੋ ਲਾਈਨ ਦੇ ਵਿੱਚ ਐਂਗਲ ਜਦੋਂ ਕੋਈ ਪਲੇਨ ਕੱਟ ਕਰ ਰਿਹਾ ਕਿਸੇ ਕੋਨ ਨੂੰ। ਤੇ ਆਪਾਂ ਉਹਦੇ ਐਪਲੀਕੇਸ਼ਨਸ ਕਰਨੀ ਹੈ ਤੇ ਐਗਜ਼ਾਮਪਲ ਸੋਲਵ ਕਰਨੀ ਹੈ। ਫਾਈਂਡ ਦ ਇਕੁਏਸ਼ਨ ਆਫ ਲਾਈਨ, ਆਪਾਂ ਉਹ ਇਕੁਏਸ਼ਨ ਆਫ ਲਾਈਨ ਕੱਢਣੀ ਹੈ in which the plane ਦੀ ਇਕੁਏਸ਼ਨ ਦਿੱਤੀ ਹੋਈ ਹੈ that is 2x plus y minus z is equal to 0, ਜਿਹੜੀ ਕੱਟ ਕਰ ਰਹੀ ਹੈ ਕੋਨ ਨੂੰ। ਹੁਣ ਕੋਈ ਪਲੇਨ ਹੈ, ਮੰਨ ਲਓ ਕਿ ਆ ਕੋਨ ਹੈ, ਆ ਪਲੇਨ ਕੱਟ ਕਰ ਰਿਹਾ, ਠੀਕ ਹੈ ਜੀ। ਆ ਪਲੇਨ ਕੱਟ ਕਰ ਰਿਹਾ ਆ ਕੋਨ ਨੂੰ, ਤੇ ਕੋਨ ਦੀ ਇਕੁਏਸ਼ਨ ਕੀ ਹੈ 4x² minus y² plus 3z² is equal to 0। ਤੇ ਉਹ ਕਹਿ ਰਿਹਾ ਕਿ ਉਹ ਕਿਸ ਐਂਗਲ ਤੇ ਕੱਟ ਕਰੇਗੀ, ਆਪਾਂ ਉਹ ਫਾਈਂਡ ਆਊਟ ਕਰਨਾ ਹੈ। ਦੋ ਕੁਐਸਚਨ ਹੈ ਜੀ। ਪਹਿਲਾ ਇਕੁਏਸ਼ਨ ਆਫ ਲਾਈਨ ਫਾਈਂਡ ਆਊਟ ਕਰਨੀ ਹੈ, ਦੂਜਾ ਕਿ ਉਹ ਉਹਨਾਂ ਦੋਨਾਂ ਲਾਈਨਾਂ ਦੇ ਵਿੱਚ ਐਂਗਲ ਕੀ ਹੋਏਗਾ। ਤੇ ਹੁਣ ਧਿਆਨ ਨਾਲ ਦੇਖੋ ਕਿ ਆਪਣੇ ਕੋਲ ਇਕੁਏਸ਼ਨ ਆਫ ਕੋਨ ਦਿੱਤੀ ਹੋਈ ਦੈਟ ਇਜ਼ 4x² minus y² plus 3z² is equal to 0। ਤੇ ਇਕੁਏਸ਼ਨ ਆਫ ਪਲੇਨ ਵੀ ਦਿੱਤੀ ਹੋਈ ਹੈ ਦੈਟ ਇਜ਼ 2x plus y minus z is equal to 0। ਤੇ ਆਪਾਂ ਲਾਈਨ ਆਫ ਇਕੁਏਸ਼ਨ ਆਫ ਲਾਈਨ ਕੱਢ ਸਕਦੇ ਦੈਟ ਇਜ਼ ਆਪਣੇ ਕੋ x divided by l is equal to y divided by m is equal to z divided by n। ਠੀਕ ਹੈ ਜੀ। ਹੁਣ ਆਪਣੇ ਕੋ ਆਪਾਂ ਇਹ ਕਿਉਂ ਲਿਖ ਰਹੇ ਹਾਂ, ਕਿਉਂਕਿ ਇਹਦੇ ਵਿੱਚ ਦੇਖੋ ਅਗਰ ਇਕੁਏਸ਼ਨ ਹੈ ਤੇ ਉਹਦੇ ਵਿੱਚ ਅਲਫਾ ਬੀਟਾ ਗਾਮਾ 0 ਨੇ। ਤੇ ਇਕੁਏਸ਼ਨ ਆਫ ਲਾਈਨ ਦੇ ਵਿੱਚ ਅਲਫਾ ਬੀਟਾ ਗਾਮਾ 0 ਨੇ, ਤਾਂ ਹੀ ਆਪਣੇ ਕੋ ਆਈ ਹੈ x ਡਿਵਾਈਡਡ ਬਾਈ l ਇਜ਼ ਇਕੁਅਲ ਟੂ y ਡਿਵਾਈਡਡ ਬਾਈ m ਇਜ਼ ਇਕੁਅਲ ਟੂ z ਡਿਵਾਈਡਡ ਬਾਈ n। ਹੁਣ ਆ ਜਿਹੜਾ ਪੁਆਇੰਟ ਹੈ ਇਹ ਉਹ ਵਾਲੇ ਪੁਆਇੰਟ ਨੇ ਜਿਹੜੇ ਲਾਈ ਕਰਦੇ ਪਿਆ ਕੋਨ ਤੇ। ਜੇ ਜ਼ਰੂਰ ਯਾਦ ਰੱਖਣਾ ਕਿ ਉਹ ਵਾਲੇ ਪੁਆਇੰਟ ਨੇ। ਹੁਣ ਦੇਖੋ ਕੋਈ ਪਲੇਨ ਹੈ, ਅਗਰ ਕੋਨ ਨੂੰ ਕੱਟ ਕਰ ਰਿਹਾ ਉਹ ਕਿਸੇ ਪੁਆਇੰਟ ਤੇ ਕੱਟ ਕਰੇਗਾ। ਹੁਣ ਅਗਰ ਮੈਂ ਇਸ ਨੂੰ ਇਕੁਅਲ ਟੂ r ਲੈ ਲੈਂਦਾ ਜਾਂ ਸਿੰਪਲ ਲੈ ਲੈਂਦਾ ਕਿ ਇਕੁਅਲ ਟੂ 1 ਲੈ ਲੈਂਦਾ, ਤੇ x ਦੀ ਵੈਲਿਊ ਆਪਣੇ ਕੋ ਕੀ ਆਏਗੀ l ਆ ਜਾਏਗੀ, y ਦੀ ਵੈਲਿਊ ਕੀ ਆਏਗੀ m ਆਏਗੀ, z ਦੀ ਵੈਲਿਊ ਕੀ ਆਏਗੀ n ਆਏਗੀ। ਤੇ ਮਤਲਬ ਕਿ ਅਗਰ ਕੋਈ ਪਲੇਨ ਹੈ ਉਹ ਕਿਸੇ ਕੋਨ ਨੂੰ ਟੱਚ ਕਰ ਰਿਹਾ ਤੇ ਉਹਦਾ ਪੁਆਇੰਟ ਕੀ ਹੋ ਗਏ, ਉਹਦੇ ਪੁਆਇੰਟ ਹੋ ਗਏ l m n। ਇਟ ਮੀਨਸ ਕਿ ਉਹ ਪੁਆਇੰਟ ਪਲੇਨ ਤੇ ਵੀ ਲਾਈ ਕਰੇਗਾ, ਮਤਲਬ ਇਟ ਲਾਈ ਦਾ ਪਲੇਨ ਆਪਣੇ ਕੋ ਟੂ। ਅਗਰ ਪਲੇਨ ਤੇ ਲਾਈ ਕਰੇਗਾ ਇਟ ਮੀਨਸ ਕਿ ਉਹ ਪਰਪੈਂਡੀਕੂਲਰ ਹੋਏਗਾ ਟੂ ਦਾ ਨੋਰਮਲ ਆਫ ਦਾ ਕਹਿੰਦੇ ਪਰਪੈਂਡੀਕੂਲਰ ਟੂ ਦਾ ਨੋਰਮਲ ਟੂ ਦਾ ਪਲੇਨ। ਇਟ ਮੀਨਸ ਕਿ ਉਹ ਵਾਲੇ ਜਿਹੜੇ ਪੁਆਇੰਟ ਹੋਊਗੇ ਉਹ ਲਾਈ ਕਰੂਗੇ ਆਪਣੇ ਕੋ ਇਕੁਏਸ਼ਨ ਕਿਹੜੇ ਵਿੱਚ, ਪਲੇਨ ਦੀ ਇਕੁਏਸ਼ਨ ਦੇ ਵਿੱਚ। ਤੇ ਆਪਾਂ x y z ਦੀ ਥਾਂ ਤੇ ਆਪਾਂ l m n ਪੁੱਟ ਕਰ ਦੇਣੇ, ਤੇ ਆ ਇਕੁਏਸ਼ਨ ਨੰਬਰ 4 ਬਣ ਗਈ। ਹੁਣ ਮੈਂ ਕਿਹਾ ਕਿ ਜਿਹੜੇ ਆ ਵਾਲੇ ਪੁਆਇੰਟ ਨੇ ਅਗਰ ਆਪਣੇ ਕੋ ਕਿਸੇ ਪੁਆਇੰਟ ਤੇ ਟੱਚ ਕਰ ਰਹੀ ਹੈ ਇਟ ਮੀਨਸ ਕਿ ਉਹ ਪਲੇਨ ਤੇ ਵੀ ਲਾਈ ਕਰੂਗੇ ਤੇ ਕੋਨ ਤੇ ਵੀ ਲਾਈ ਕਰੂੰਗੇ। ਮੈਂ ਆਹੀ ਵਾਲੇ 3 ਪੁਆਇੰਟ ਆਪਾਂ ਕੋਨ ਵਾਲੀ ਇਕੁਏਸ਼ਨ ਤੇ ਵੀ ਲਾਈ ਕਰਾਤੇ। ਤੇ ਜਦੋਂ ਕੋਨ ਵਾਲੀ ਇਕੁਏਸ਼ਨ ਤੇ ਲਾਈਨ ਕਰਾਏ ਤੇ ਆਪਣੇ ਕੋ ਕੀ ਹੈ 4l² minus m² plus 3n² is equal to 0। ਆਪਣੇ ਕੋ ਦੋ ਇਕੁਏਸ਼ਨ ਆ ਗਈਆਂ। ਹੁਣ ਮੈਂ 4th ਇਕੁਏਸ਼ਨ ਦੇ ਵਿੱਚੋਂ n ਦੀ ਵੈਲਿਊ ਕੱਢ ਲਈ, n ਦੀ ਵੈਲਿਊ ਕੱਢ ਲੂੰਗਾ, ਕਿੱਦਾਂ ਕੱਢੂੰਗਾ n ਨੂੰ ਉੱਧਰ ਲੈ ਜਾਊਂਗਾ ਰਾਈਟ ਹੈਂਡ ਸਾਈਡ ਤੇ 2l plus m ਕਿਹਦੇ ਇਕੁਅਲ ਹੋ ਜਾਏਗਾ n ਦੇ ਇਕੁਅਲ ਹੋ ਜਾਏਗਾ। ਤੇ ਆਹ ਵਾਲੀ n ਦੀ ਵੈਲਿਊ ਮੈਂ ਪੁੱਟ ਕਰ ਦੂੰਗਾ ਇਕੁਏਸ਼ਨ ਆਫ ਕੋਨ ਤੇ। ਇਕੁਏਸ਼ਨ ਆਫ ਕੋਨ ਤੇ ਮੈਂ ਪੁੱਟ ਕਰ ਦਿੱਤੀ, ਪੁੱਟ ਕਰਨ ਤੋਂ ਬਾਅਦ ਆਪਣੇ ਕੋ ਆਇਆ 4l² minus m² plus 3 n ਦੀ ਵੈਲਿਊ ਪੁੱਟ ਕਰ ਦਿੱਤੀ 2l plus m ਦਾ ਹੋਲ ਸਕੁਅਰ। ਸੋਲਵ ਕੀਤਾ a plus b ਦਾ ਹੋਲ ਸਕੁਅਰ ਫਾਰਮੂਲਾ ਲਗਾਤਾ 4l² minus m² ਇੱਦਾਂ ਹੀ ਆ ਗਿਆ, ਪਲੱਸ ਇੱਧਰ 4l² ਸੀ ਪਲੱਸ m² ਸੀ ਪਲੱਸ 4lm ਸੀਗਾ, ਤੇ 3 ਨਾਲ ਮਲਟੀਪਲਾਈ ਕਰਦੇ ਤੇ 12l² plus 3m² plus 12lm ਹੋ ਗਿਆ ਇਜ਼ ਇਕੁਅਲ ਟੂ l ਨੂੰ l ਦੇ ਨਾਲ ਐਡ ਕਰ ਦਿੱਤਾ, m ਨੂੰ m ਦੇ ਨਾਲ, ਤੇ lm ਇੱਦਾਂ ਹੀ ਰਹਿ ਗਿਆ। ਤੇ 16l² plus 2m² plus 12lm ਇਜ਼ ਇਕੁਅਲ ਟੂ 0। ਸੋਲਵ ਕਰ ਲਾਂਗੇ। ਸੋਲਵ ਕਰਨ ਤੋਂ ਬਾਅਦ ਆਪਣੇ ਕੋ l ਤੇ m ਦੇ ਵਿੱਚ 2 ਆ ਗਈਆਂ, ਆਪਣੇ ਕੋ 2l plus m 4lm plus m ਦਾ ਪ੍ਰੋਡਕਟ 0 ਹੈ। ਹੁਣ ਪ੍ਰੋਡਕਟ ਹੈ, ਮੈਨੂੰ ਪਤਾ ਕਿ ਅਗਰ ਕੋਈ ਵੀ ਦੋ ਚੀਜ਼ਾਂ ਮਲਟੀਪਲਾਈ ਦੇ ਵਿੱਚ ਪ੍ਰੋਡਕਟ ਇਕੁਅਲ ਟੂ 0 ਹੈ, ਇਹਦਾ ਮਤਲਬ ਜਾਂ a 0 ਦੇ ਬਰਾਬਰ ਹੋਏਗੀ ਜਾਂ b 0 ਦੇ ਬਰਾਬਰ ਹੋਏਗੀ, ਜਾਂ a 0 ਦੇ ਬਰਾਬਰ ਹੋਏਗੀ ਜਾਂ b 0 ਦੇ ਬਰਾਬਰ ਹੋਏਗੀ। ਤੇ ਮੈਂ ਉਹੀ ਕਰ ਲਿਆ, ਜਾਂ ਆਪਣੇ ਕੋ ਆਈਦਰ ਆਪਣੇ ਕੋ 2lm plus m 0 ਦੇ ਬਰਾਬਰ ਹੋਏਗੀ ਜਾਂ ਆਪਣੇ ਕੋ 4l plus m 0 ਦੇ ਬਰਾਬਰ ਹੋਏਗੀ। ਤੇ ਮੈਂ ਕੀ ਕੀਤਾ a ਇਕੁਅਲ ਟੂ 0 ਹੈ ਤੇ 2l plus m ਨੂੰ ਮੈਂ ਲਿਖ ਸਕਦਾ ਪਲੱਸ 0 into n ਦੈਟ ਇਜ਼ 0। ਤੇ ਮੇਰੇ ਕੋਲ ਦੋ ਇਕੁਏਸ਼ਨਸ ਬਣ ਗਈਆਂ। ਇੱਕ ਆਪਣੇ ਕੋਲ ਇਕੁਏਸ਼ਨ ਨੰਬਰ 4 ਸੀਗੀ, ਇਹ ਆਪਣੇ ਕੋਲ ਇਕੁਏਸ਼ਨ ਨੰਬਰ 4 ਹੈ, ਤੇ ਇਹ ਹੁਣ ਜਿਹੜੀ ਮੈਂ ਹਲੇ ਸੋਲਵ ਕੀਤੀ ਇੱਥੋਂ ਦੀ, ਤੇ ਮੈਂ ਇਹਦੇ ਵਿੱਚ 2312 ਮੈਥਡ ਲਗਾ ਦੂੰਗਾ। ਤੇ 2312 ਮੈਥਡ ਲਗਾਉਂਗਾ ਤੇ ਮੈਂ l m n ਦੀ ਵੈਲਿਊ ਕੱਢ ਲੂੰਗਾ।
2312 ਮੈਥਡ ਲਗਾ ਕੇ ਐਲ ਐਮ ਐਨ ਦੀ ਵੈਲਿਊ ਕੱਢ ਲੂੰਗਾ ਤੇ ਦੇ ਆਰ ਦਾ ਡਾਇਰੈਕਸ਼ਨ ਕੋਸਾਈਨਸ। ਡਾਇਰੈਕਸ਼ਨ ਰੇਸ਼ੀਓਜ਼ ਆ ਗਈਆਂ 1 -2 ਤੇ 0 ਤੇ ਐਲ ਐਮ ਐਨ ਦੀ ਵੈਲਿਊ ਆ ਗਈ 1 -2 ਤੇ 0। ਸਿਮਿਲਰਲੀ ਆਪਣੇ ਕੋ 4l m ਹੈ, ਉਹਨੂੰ ਵੀ ਮੈਂ ਇੱਦਾਂ ਹੀ ਐਕਸਪ੍ਰੈਸ ਕਰ ਸਕਦਾ 4l m ਇੰਟੂ प्लस 0 इंटू एन दैट इज अगेन 0 हो जाएगा इक्वल टू। फिर मैं इक्वेशन नंबर 4 के नाल 2312 मैथड लगा देता। 2312 मैथड लगा के एल एम एन की दूसरी वैल्यूज फाइंड आउट कर ली। इट मीनस कि दोनों डायरैक्शन रेशियोज हो गई वो ਜਿਹੜੇ ਦੋਨੋਂ ਲਾਈਨਸ ਨੇ ਇਹ ਉਹ ਡਾਇਰੈਕਸ਼ਨਸ ਰੇਸ਼ੀਓ ਨੇ। ਇਹ ਇੱਕ ਪਹਿਲੀ ਲਾਈਨ ਦੀ ਡਾਇਰੈਕਸ਼ਨ ਰੇਸ਼ੀਓ ਹੈ, ਦੂਸਰੀ ਲਾਈਨ ਦੀ ਡਾਇਰੈਕਸ਼ਨ ਰੇਸ਼ੀਓਜ਼ ਹੈ। ਹੁਣ ਮੈਨੂੰ ਇਹ ਪਤਾ ਲੱਗ ਗਿਆ ਕਿ ਇਹ ਦੋਨੋਂ ਆਪਣੇ ਕੋਲ ਆ ਗਈਆਂ ਤੇ ਐਲ ਐਮ ਐਨ ਦੀ ਵੈਲਿਊ ਆਪਾਂ ਇੱਥੇ ਪੁੱਟ ਕਰ ਦੇਣੀ ਆ। ਜਿਹੜੇ ਡਾਇਰੈਕਸ਼ਨ ਰੇਸ਼ੀਓਜ਼ ਨੇ ਇਹਨਾਂ ਦੀ ਵੈਲਿਊ ਆਪਾਂ ਇਕੁਏਸ਼ਨ ਨੰਬਰ 3 ਦੇ ਵਿੱਚ ਪੁੱਟ ਕਰਨੀ ਹੈ। ਇਕੁਏਸ਼ਨ ਨੰਬਰ 3 ਦੇ ਵਿੱਚ ਪੁੱਟ ਕਰ ਦੂੰਗੇ ਤੇ ਮੇਰੇ को आ जाएगी x अपॉन l इज इक्वल टू y अपॉन -2 इज इक्वल टू z अपॉन l 0। एक आपने को लाइन बन गई, दूसरी आ गई x अपॉन l इज इक्वल टू y अपॉन -4 इज इक्वल टू z अपॉन -2। ਹੁਣ ਮੈਨੂੰ ਪਤਾ ਲੱਗ ਗਿਆ ਕਿ ਦੇ ਆਰ ਦਾ 2 ਲਾਈਨਸ ਸੀਗੀਆਂ, ਇਹਨਾਂ 2 ਲਾਈਨਸ ਦੇ ਆਪਣੇ ਕੋਲ ਡਾਇਰੈਕਸ਼ਨ ਰੇਸ਼ੀਓਜ਼ ਆ ਗਈਆਂ। ਹੁਣ ਉਹਨਾਂ ਨੇ ਸੈਕਿੰਡ ਕੁਐਸਚਨ ਪੁੱਛਿਆ ਸੀ ਕਿ ਆਪਾਂ ਇਹਨਾਂ ਦੋਨਾਂ ਦੇ ਵਿੱਚ ਦਾ ਐਂਗਲ ਫਾइंड आउट ਕਰਨਾ। ਉਹ ਤਾਂ ਸਾਨੂੰ ਪਤਾ ਹੈ कि अपने को कोस थीटा होंगे, कोई दो लाइना है वो एंगल आप फाइंड आउट करना है दैट इज ए कोस थीटा और जी डायरैक्शन रेशियो होंगे उन्होंने प्रोडक्ट। हम देखो 1 नू 1 के नाम प्रोडक्ट किया प्लस -2 -4 के नाल फॉर्मूला की होंगे L1 L2 प्लस M1 M2 प्लस N1 N2 डिवाइडेड बाय अंडर रूट L1 का स्क्वायर प्लस M1 का स्क्वायर प्लस N2 N1 का स्क्वायर अंडर रूट L2 का स्क्वायर प्लस M2 का स्क्वायर प्लस N2 का स्क्वायर दैट इज इक्वल टू कोस थीटा दे और नाल अपने को प्लस माइनस होंदा है। ठीक है जी, ये साडे को फॉर्मूला है, आप पुट कर देना वैल्यूज पुट कर देनी ये तो अपने को 16 आ जाएगा। कोस इधर जाके कोस इनवर्स हो जाएगा तो साडे को एंगल आ जाएगा तो साडे को इतने सोल्व हो जाएगा कि एग्जाम्पल नंबर फर्स्ट। हुण एग्जाम्पल नंबर 2 भी बहुत ईजी है। कहते फाइंड द वैल्यू ऑफ लैमडा, आप लैमडा की वैल्यू फाइंड आउट करनी है इफ द पॉइंट प्लेन। हम देखो प्लेन की इक्वेशन कितना दी है लैमडा एक्स प्लस वाई प्लस जैड इज इक्वल टू 0। हुण यही प्लेन है कट कर रहा कौन कौन की इक्वेशन देखो जी, कौन की इक्वेशन है एक्स वाई प्लस वाई जैड प्लस जैड एक्स इज इक्वल टू 0 इन परपेंडिकुलर लाइन्स। हुण देखो कि अपने को दोनों लाइन्स ने उन्होंने की किया है परपेंडिकुलर ने। ध्यान रखना है कि अपने को यही आप यूज़ करांगे कि जी लाइन्स ने वो परपेंडिकुलर्स ने। इक्वेशन ऑफ प्लेन दिता है आप इक्वेशन लिख ली लैमडा एक्स प्लस वाई प्लस जैड इज इक्वल टू 0। इक्वेशन ऑफ कौन दी है आप वैल्यू इक्वेशन लिख ली एक्स वाई प्लस वाई जैड प्लस जैड एक्स इज इक्वल टू 0। हूँ उन्होंने क्या कि इक्वेशन ऑफ लाइन लिखनी है, मैं इक्वेशन ऑफ लाइन ऑफ इंटरसेक्शन लिख ली एक्स अपॉन एल इज इक्वल टू वाई अपॉन एम इज इक्वल टू जैड अपॉन एम। ये मैं लैके चलिया हूँ लैके चलिया हूँ मैनू पता है कि ये एक्स जोड़े पॉइंट्स आए ने एल एम एन आ जोड़ा पॉइंट आया है ये अपने को इक्वेशन नंबर ए प्लेन ते भी लाई करेगा तो कोन की इक्वेशन ते भी लाई करेगा। क्यों? क्योंकि ये दोनों जे अपने को प्लेन कोन नू कट करेगा तो वो वाला पॉइंट प्लेन ते भी लाई होएगा कोन ते भी तो लाई होएगा। तो मैं दोनों इक्वेशनां ते पुट कर दी एक्स वाई जैड की वैल्यू इस इक्वेशन ते भी पुट करती इस इक्वेशन ते मतलब इक्वेशन नंबर 1 ते भी पुट करती इक्वेशन नंबर 2 ते भी पुट करती। तो नवी इक्वेशनस आ गई इक्वेशन नंबर 3 ते 4। हुण इहदे विचों मैं फस्ट इक्वेशन नंबर 3 दे विचों एन की वैल्यू कट लूँगा, एन की वैल्यू कट ली वो मैं पुट कर दी इक्वेशन नंबर 4 दे विच पुट कर दी तो मेरे को क्वाड्रेटिक इक्वेशन आ गई दैट इज लैमडा एल स्क्वायर प्लस लैमडा एल एम प्लस एम स्क्वायर। हुण मेरे को क्वाड्रेटिक इक्वेशन आ गई है। हुण उस तो बाद है कि मैं उहदे विचों लैमडा इधर रहंदे ना एल स्क्वायर अपॉन एम स्क्वायर कर दिता एम स्क्वायर ना डिवाइड कर दी ऑन बोथ साइड ते एम स्क्वायर ना डिवाइड की है जी डिवाइड एम स्क्वायर ऑन बोथ साइड एम स्क्वायर ऑन बोथ साइड एम स्क्वायर ना डिवाइड कर देते कि आ गया लैमडा एल स्क्वायर अपॉन एम स्क्वायर प्लस लैमडा एल एम ना एम कटे गया एक इधर प्लस 1 इज इक्वल टू 0 दैट इज ए क्वाड्रेटिक इक्वेशन होगी इन अपने को एल एम की फॉर्म दे विच। हुण एल अपॉन एम दे आर द हुण देखो ये दो रूट्स हो गए। ध्यान रखो कि एल अपॉन एम दैट इज ए क्वाड्रेटिक फॉर्म दे विच चलती पई है एल अपॉन एम ये दो रूट्स हो गए किद्दां दे हो गए
ਆਪਾਂ ਮੰਨ ਲਏ ਕਿ L1/M1 ਇੱਕ रूट होएगा, एक L2/M2 एक रूट होएगा। ਹੁਣ ਇਹ ਦੋ रूट हो गए इस इक्वेशन ਦੇ, दो रूट हो गए इस इक्वेशन ਦੇ। मैं ਲੈ ਲੈਂਦਾ अगर ਇਹਨਾਂ ਦੋਨਾਂ ਦਾ प्रोडक्ट कर ਦਿੰਦੇ, अगर ਇਹਨਾਂ ਦੋਨਾਂ ਦਾ प्रोडक्ट कर ਦਿੰਦੇ, दैट इज अ प्रोडक्ट ऑफ टू रूट्स, प्रोडक्ट ऑफ टू रूट्स इन ए क्वाड्रेटिक इक्वेशन, दैट इज अपने को C/A, याद है ना फॉर्मूला C/A है। अपने को क्वाड्रेटिक इक्वेशन की होंदी सी ax² + bx + c इज इक्वल टू 0। अगर मैं इस द प्रोडक्ट ऑफ द रूट करदा, दैट इज अपने को C/A आने से, आप C/A ले रहे हैं। हुण c की वैल्यू देखो इत्थे की है, c की वैल्यू 1 है, पर a की वैल्यू की है, a की वैल्यू लैम्डा है, तो अपने को क्या आ गया 1/λ। द प्रोडक्ट ऑफ द टू रूट्स दैट इज 1/λ। हुण मैं L1/L2 इधर रह देते ते 1/λ इधर लै गया, तो M1/M2 ਨੂੰ क्रॉस मल्टीप्लाई कर देते, तो क्रॉस इंटरचेंज कर देती है अपने को पोजीशन। तो हुण मैनू पता लग गया कि L1/L2 डिवाइडेड बाय 1/λ इज इक्वल टू M1/M2 डिवाइडेड बाय 1। हुण सिमेट्रिकली अगर मैं देखा कि N1 M1 M2 है, तो जे आप सिमेट्रिकली चेंज कर देना, मैं M1 N1 तो N2 है, तो दे आर द इक्वल हो जाऊगे। तो ये दोनों रिलेशन मैं जे लैके चलूँगा, आ वाले रिलेशन ते आ वाले रिलेशन, देखो हुण आ वाली साइड ये भी इक्वल है, आ वाली साइड ये भी इक्वल है। इट मीनस कि राइट अगर लैफ्ट हैंड साइड दोनों बराबर ने या सेम ने, इट मीनस कि राइट हैंड साइड भी इक्वल होगी। तो साढ़े को रिलेशन आ जाएगा L1 × L2 डिवाइडेड बाय 1/λ इज इक्वल टू M1/M2 बाय 1 और इज इक्वल टू N1/N2 बाय 1। ਹੁਣ ਮੈਨੂੰ ਇਹ ਪਤਾ ਲੱਗ ਗਿਆ ਕਿ L1 L2 ਦੀ ਵੈਲਿਊ 1 ਹੈ, M1 M2 ਦੀ ਵੈਲਿਊ 1 ਹੈ, N1 N2 ਦੀ ਪ੍ਰੋਡਕਟ ਦੀ ਵੈਲਿਊ 1 ਹੈ। ਹੁਣ ਉਹਨਾਂ ਨੇ ਕਿਹਾ ਸੀਗਾ ਕਿ ਅਗਰ ਆਪਣੇ ਕੋਲ ਜਿਹੜੀ ਦੋ ਲਾਈਨਸ ਨੇ ਦੇ ਆਰ ਪਰਪੈਂਡੀਕੂਲਰ। ਹੁਣ ਦੇਖੋ ਅਗਰ ਪਰਪੈਂਡੀਕੂਲਰ ਹੈ, ਇਟ ਮੀਨਸ ਕਿ ਦੋ ਲਾਈਨਸ ਨੇ। ਮੈਂ ਮੰਨ ਲੈਂਦਾ ਕਿ L1 M1 ਤੇ N1 ਇੱਕ ਇਹ ਲਾਈਨ ਹੈ, ਇੱਕ ਦੂਜੀ ਹੈ L2 M2 ਤੇ N2 ਇੱਕ ਇਹ ਲਾਈਨ ਹੈ। ਇਹ ਡਾਇਰੈਕਸ਼ਨ ਰੇਸ਼ੀਓਜ਼ ਨੇ ਉਸ ਲਾਈਨ ਦੇ, ਇਹ ਡਾਇਰੈਕਸ਼ਨ ਰੇਸ਼ੀਓਜ਼ ਨੇ ਉਸ ਲਾਈਨ ਦੇ। ਪਹਿਲੀ ਲਾਈਨ ਦੇ ਇਹ ਨੇ, ਦੂਜੀ ਲਾਈਨ ਦੇ ਇਹ ਨੇ। ਤੇ ਅਗਰ ਇਹ ਦੋਨੋਂ ਪਰਪੈਂਡੀਕੂਲਰ ਹੈ, ਇਟ ਮੀਨਸ ਕਿ L1 L2 + M1 M2 + N1 N2 ਦੇ ਆਰ ਇਕੁਅਲ ਟੂ 0 ਹੋ ਗਿਆ। ਕਹਿੰਦੇ 0 ਕਦੋਂ ਹੋ ਗਏ? ਅਗਰ ਇਹ ਦੋਨੋਂ ਲਾਈਨਸ ਪਰਪੈਂਡੀਕੂਲਰ ਨੇ ਤੇ ਡਾਇਰੈਕਸ਼ਨ ਰੇਸ਼ੀਓ L1 L2 + M1 M2 + N1 N2 0 ਦੇ ਬਰਾਬਰ ਹੋ ਗਿਆ। मैं ਉਹੀ ਵੈਲਿਊ ਪੁੱਟ ਕਰ ਦਿੱਤੀ ਤੇ ਇੱਥੇ L1 N2 ਦੀ ਵੈਲਿਊ ਪੁੱਟ ਕਰ ਦਿੱਤੀ 1/λ, M1 M2 ਦੀ ਵੈਲਿਊ ਪੁੱਟ ਕਰਤੀ 1, N1 N2 ਦੀ ਵੈਲਿਊ ਪੁੱਟ ਕਰਤੀ 1 ਤੇ ਲੈਮਡਾ ਦੀ ਵੈਲਿਊ ਆ ਗਈ ਦੈਟ ਇਜ਼ -1/2। ਇੱਥੇ ਸਾਡੇ ਕੋਲ ਕੁਐਸਚਨ ਕੰਪਲੀਟ ਹੋ ਜਾਂਦਾ ਹੈ। ਹੁਣ ਐਗਜ਼ਾਮਪਲ ਨੰਬਰ 3 ਹੈ, that is also interesting। ਕਹਿੰਦੇ ਕਿ show that the line of section ਹੁਣ section ਦਾ ਮਤਲਬ ਹੈ ਕਿ ਕੱਟ ਕਰ ਰਹੀ ਹੈ। ਕਹਿੰਦੇ line of section ਕੱਢਣੀ ਹੈ in which the plane, ਹੁਣ plane ਦੀ ਇਕੁਏਸ਼ਨ ਦਿੱਤੀ ਹੋਈ ਹੈ ux + vy + wz = 0। ਇਹ ਕੱਟ ਕਰਦਾ ਪਿਆ ਕੋਨ ਨੂੰ। ਹੁਣ ਕੋਨ ਨੂੰ ਵੀ ਕੱਟ ਕਰ ਰਿਹਾ, ਕੋਨ ਦੀ ਇਕੁਏਸ਼ਨ ਦੇ ਦਿੱਤੀ ਔਰ ਉਹਨੇ ਇਹ ਵੀ ਦਿੱਤਾ ਕਿ ਯਾਰ ਪਰਪੈਂਡੀਕੂਲਰ, ਕਹਿੰਦੇ ਕਿ ਦੇ ਆਰ ਪਰਪੈਂਡੀਕੂਲਰ ਨੇ ਇਫ ਕੰਡੀਸ਼ਨ ਇਹ ਹੈ ਕਿ f/u + g/v + h/w = 0। अपने को आप प्रूफ करना है। आप ये प्रूफ करना है कि अगर लाइन ऑफ सेक्शन परपेंडिकुलर हो जाती है तो अपने को एक कंडीशन बनती है कि नहीं बनती है। ਹੁਣ ਆਪਾਂ ਦੇਖੋ ਪਿਛਲਾ ਜਿਹੜੇ ਐਗਜ਼ਾਮਪਲ ਹੈ ਸੇਮ ਉਹਦੇ ਵਰਗੇ ਆਪਾਂ ਸਟਾਰਟ ਕਰਨਾ ਹੈ। ਸਾਰਾ ਕੁਝ ਉੱਥੇ ਹੀ ਆ, ਬਸ ਲਾਸਟ ਵਿੱਚ ਆਪਾਂ ਵੈਲਿਊ ਪੁੱਟ ਕਰ ਦੇਣੀ L1 L2 ਦੀ, M1 M2 ਦੀ, N1 N2 ਦੀ, ਸੇਮ 0 ਨੇ। ਚਲੋ ਦੇਖਦੇ ਹਾਂ। ਪਹਿਲੇ ਆਪਾਂ ਇਕੁਏਸ਼ਨ ਆਫ ਪਲੇਨ ਲੈ ਲਈ, ਦੈਟ ਇਜ਼ ਆਪਣੇ ਕੋਲ ਹੈ ux + vy + wz = 0। ਇਕੁਏਸ਼ਨ ਆਫ ਕੋਨ ਲੈ ਲਈ, ਦੈਟ ਇਜ਼ fyz + gzx + hxy = 0। ਹੁਣ मैं इक्वेशन ऑफ लाइन लिख ली। ਹੁਣ इक्वेशन ऑफ लाइन ऑफ इंटरसेक्शन है दैट इज अपने को x/l = y/m आएगा, z/n आ गया। ਹੁਣ ਮੇਰੇ को अगर मैं = 1 कर ਦਿੰਦਾ ਤੇ ਮੇਰੇ को पॉइंट आ गया LMN। ਇਹ ਉਹ ਵਾਲਾ ਪੁਆਇੰਟ ਹੈ ਜਿਹੜਾ ਲਾਈ ਕਰੇਗਾ ਪਲੇਨ ਤੇ ਵੀ ਤੇ ਇਕੁਏਸ਼ਨ ਆਫ ਕੋਨ ਤੇ ਵੀ। ਤੇ ਮੈਂ ਪਹਿਲੇ ਇਕੁਏਸ਼ਨ ਆਫ ਲਾइन ਪਲੇਨ ਤੇ ਪੁੱਟ ਕਰ ਦਿੰਦਾ ਇਹ ਵਾਲੇ ਪੁਆਇੰਟ, फिर मैं इक्वेशन ऑफ कॉन ਤੇ पुट कर दूंगा वाले पॉइंट। तो मेरे को दो इक्वेशंस आ गई हैं। ਹੁਣ ਦੋ ਇਕੁਏਸ਼ਨਸ ਆ ਗਈਆਂ ਤੇ ਮੈਂ ਪਲੇਨ ਵਾਲੀ ਇਕੁਏਸ਼ਨ ਦੇ ਵਿੱਚੋਂ n ਦੀ ਵੈਲਿਊ ਕੱਢ ਲੂੰਗਾ। n ਦੀ ਵੈਲਿਊ ਕੱਢ ਕੇ ਆਪਾਂ ਪੁੱਟ ਕਰ ਦਾਂਗੇ ਇਕੁਏਸ਼ਨ ਆਫ ਕੌਨ ਦੇ ਵਿੱਚ। ਪੁੱਟ ਕਰਨ ਤੋਂ ਬਾਅਦ ਮੇਰੇ ਕੋ ਆਪਣੇ ਕੋ
क्वाड्रेटिक इक्वेशन आ जाएगी इन द टर्म्स ऑफ एल अपॉन एम। देखो जी मैं पुट कर देते वैल्यूज, वैल्यू पुट कर ਦਿੱਤੀ ਇੱਥੇ YZ ਦੀ ਵੈਲਿਊ ਪੁੱਟ ਕਰ ਦਿੱਤੀ, ਸੌਰੀ ਆਪਾਂ n ਦੀ ਵੈਲਿਊ ਇੱਥੇ ਪੁੱਟ ਕਰ ਦਿੱਤੀ ਹੈ, n ਦੀ ਵੈਲਿਊ ਪੁੱਟ ਕਰ ਦਾਂਗੇ, ਇੱਥੇ ਪੁੱਟ ਕੀਤੀ ਇੱਥੇ ਪੁੱਟ ਕੀਤੀ। ਹੁਣ ਸੋਲਵ ਕਰਾਂਗੇ, ਸੋਲਵ ਕਰਨ ਤੋਂ ਬਾਅਦ ਐਲਸੀਐਮ ਲੈ ਲਾਂਗੇ ਤੇ w ਆਪਣੇ ਕੋ ਇੱਧਰ ਚਲਾ ਜਾਏਗਾ ਤੇ ਆਪਣੇ ਕੋ ਇਹਦੇ ਨਾਲ w ਮਲਟੀਪਲਾਈ और इधर w मल्टीप्लाई हो जाएगा तो अपने को माइनस एफ एल एम माइनस एफ एम यू एल माइनस एफ एम वी एम ਦਾ ਸਕੁਅਰ ਹੋ ਜਾਏਗਾ, जी यू एल ਦਾ ਸਕੁਅਰ ਹੋ ਜਾਏਗਾ, ਨੈਗੇਟਿਵ ਦੇ ਵਿੱਚ ਹੈ ਤੇ ਆਪਣੇ ਕੋ ਪਲੱਸ ਹੋ ਜਾਏਗਾ, ਦੈਟ ਇਜ਼ ਆਪਣੇ ਕੋ ਅਗਰ ਇਹ ਪੂਰੀ ਟਰਮ ਨੈਗੇਟਿਵ ਦੇ ਵਿੱਚ ਹੈ, ਹਾਂਜੀ ਇਹ ਪੂਰੀ ਟਰਮ ਨੈਗੇਟਿਵ ਦੇ ਵਿੱਚ ਧਿਆਨ ਰੱਖਣਾ, ਇੱਥੇ ਵੀ ਬ੍ਰੈਕਟ ਆਣੀ ਹੈ ਜੀ ਤੇ ਇੱਧਰ ਵੀ ਬ੍ਰੈਕਟ ਕਰ ਲਓ ਤੇ ਆਪਣੇ ਕੋ ਆ ਗਿਆ ਮਾਈਨਸ ਜੀ ਯੂ ਐਲ ਸਕੁਅਰ ਮਾਈਨਸ ਜੀ ਵੀ ਐਲ ਐਮ ਪਲੱਸ ਐਚ ਐਲ ਐਮ ਡਬਲੂ ਇਜ਼ ਇਕੁਅਲ ਟੂ 0 ਤੇ ਸੋਲਵ ਕਰਾਂਗੇ ਤੇ ਐਲ ਸਕੁਅਰ ਆ ਗਿਆ ਤੇ ਮੈਂ ਡਿਵਾਈਡ ਕਰ ਦਾਂਗਾ ਸਾਰੀ ਇਕੁਏਸ਼ਨ ਨੂੰ ਐਮ ਸਕੁਅਰ ਦੇ ਨਾਲ, ਡਿਵਾਈਡ ਐਮ ਸਕੁਅਰ ਔਨ ਬੋਥ ਸਾਈਡ। ਜਦੋਂ मैं डिवाइड कर दूंगा तो मेरे को इक्वेशन हो जाएगी L अपॉन M ਦਾ ਸਕੁਅਰ L अपॉन M, इट मीन्स कि मेरे को क्वाड्रेटिक इक्वेशन आ जाएगी, इक्वेशन आ जाएगी इन टर्म्स ऑफ L अपॉन M। मेरे पास इक्वेशन आ जाएगी क्वाड्रेटिक इक्वेशन आ जाएगी, दैट इज L अपॉन M में आ जाएगी। फिर उसके बाद which is the quadratic in L upon M gives the two values of N upon M। मैं फर्स्ट अपने को डायरेक्शन रेशियोज निकाल लेते हैं जेडी दो लाइंस ने। ਹੁਣ अगर अपने को टू लाइंस ने जेड़े अपने को डायरेक्शन रेशियोज ने, पहली तो मैं ले लिया अपने को L1 M1 N1, दूजी तो मैं ले लिया L2 M2 N2। अगर ये दोनों लाइंस अपने को परपेंडिकुलर ने तो इट मीन्स कि L1 L2 प्लस M1 M2 प्लस N1 N2 ए इक्वल टू 0 होएगा। ਹੁਣ ए इक्वल टू 0 है तो मैं पहले अपने को अगर क्वाड्रेटिक इक्वेशन है ये प्रोडक्ट ऑफ द टू रूट्स कर लूँगा तो दो रूट्स केड़े ने L1 L2। ਹੁਣ अगर मैं ये प्रोडक्ट ऑफ द टू रूट्स निकालूंगा तो की आएगा, पहला मैं रूट ले लिया L1 अपॉन M1, दूजा रूट ले लिया L2 अपॉन M2। अगर इन्होंने दोनों का मैं प्रोडक्ट करदा L1 इंटू L2 डिवाइडेड बाई M1 इंटू M2 दैट इज़ इक्वल टू आ जाता अपने को एफ वी अपॉन जी एल यू, एफ वी अपॉन जी यू, एफ वी अपॉन जी यू आंदा दैट इज़ अ प्रोडक्ट ऑफ द टू रूट्स। हुण प्रोडक्ट ऑफ द टू रूट्स ने तो मैं ये चो की करूँगा एफ वी नूं इधर ले आऊँगा, M1 M2 नूं उधर लै जाऊँगा तो मेरे को आ इक्वेशन बन जाएगी। हुण अपने को पता है कि L1 L2 डिवाइडेड बाय एफ यू तो M1 M2 डिवाइडेड बाय जी यू, तो मैं की कीता अपने को इधर इंटरचेंज कर लूँगा, इनू u दे नाल डिवाइड कर दूँगा, u डिवाइडेड बाय v, इधर भी u डिवाइडेड बाय v दे नाल डिवाइड कर दूँगा तो u ना u कैंसिल हो गया, सॉरी v दे नाल v कैंसिल हो गया तो अपने को आ गया f अपॉन u, इधर u ना u कैंसिल हो गया, इधर आ गया g अपॉन v। सिमिलरली अगर मैं कहूँगा कि L1 अपॉन L2 और N1 और N2 द सेम अपने को रिलेशन करते हैं, दैट इज़ अपने को आएगा एफ वी डिवाइडेड बाय एच, एफ वी आएगा और एच क्या आएगा डब्लू आएगा। N1 N2 है तो हमारे पास एफ डब्लू आएगा और एच यू आएगा, एच यू आएगा, एफ डब्लू आएगा तो फिर मैं इधर L1 L2 कर दूंगा एफ डब्लू, इधर आ जाएगा N1 N2 दैट इज एच यू, तो इन्हों मैं डिवाइड कर दूंगा यू डब्लू दे नाल, इधर मैं डिवाइड कर दूंगा यू डब्लू दे नाल, तो ये डब्लू डब्लू कैंसिल हो जाएगा, ए यू कैंसिल हो जाएगा तो मेरे को आ जाएगा दैट्स मेरे को आ जाएगा दैट इज़ अपने को L1 L2 एफ अपॉन यू दैट इज़ इक्वल टू N1 N2 एच अपॉन डब्लू आ जाएगा।
ਤੇ ਹੁਣ ਮੈਂ ਇੱਥੇ L1 L2 M1 M2 ਤੇ N1 N2 ਦੀ ਵੈਲਿਊ ਪੁੱਟ ਕਰ ਦੂੰਗਾ ਕਿਹੜੀ ਇਕੁਏਸ਼ਨ ਦੇ ਪਰਪੈਂਡੀਕੂਲਰ ਵਾਲੀ ਇਕੁਏਸ਼ਨ ਦੇ ਵਿੱਚ। ਜਦੋਂ ਮੈਂ ਪੁੱਟ ਕਰ ਦਿੱਤੀ ਆਪਣੇ ਕੋਲ, ਪੁੱਟ ਕਰਨ ਤੋਂ ਬਾਅਦ k ਸਮ ਕਨਸਟੈਂਟ ਵੈਲਿਊ ਮੈਂ ਇਕੁਅਲ ਟੂ ਸਮ k ਲੈ ਲੈਣਾ ਤੇ L1 L2 ਦੀ ਵੈਲਿਊ k ਸਮ ਟਾਈਮਸ ਔਰ ਵਿਚ ਇਜ਼ ਆਪਣੇ ਕੋਲ ਸੋਲਵ ਕਰਾਂਗੇ ਤੇ ਆਪਣੇ ਕੋਲ ਇਕੁਏਸ਼ਨ ਆ ਜਾਏਗੀ। ਦੈਟ ਇਜ਼ ਆਪਣੇ ਕੋਲ ਰਿਕੁਆਇਰਡ ਕੰਡੀਸ਼ਨ ਹੈ ਜਿਹਦੇ ਵਿੱਚ ਆਪਣੇ ਕੋਲ ਕੋਈ ਪਲੇਨ ਹੈ, ਲਾਈਨ ਆਫ ਸੈਕਸ਼ਨ ਆਪਣੇ ਕੋਲ ਪਰਪੈਂਡੀਕੂਲਰ ਹੈ ਜਿਹਦੇ ਵਿੱਚ ਪਲੇਨ ਕੱਟ ਕਰ ਰਿਹਾ ਕਿਸੇ ਕੋਨ ਨੂੰ, ਤੇ ਆਹ ਕੰਡੀਸ਼ਨ ਆ ਜਾਂਦੀ ਹੈ ਤੇ ਸਾਡੇ ਕੋਲ ਇੱਥੇ ਰਿਜ਼ਲਟ ਕੰਪਲੀਟ ਹੋ ਜਾਂਦਾ ਹੈ।